ਜਿਹੜਾ ਹੈਗਾ ਮੈਂ ਅਸੀਂ ਪੁਲਿਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਮੇਰੇ ਫਾਦਰ ਸਾਹਿਬ ਜਿਹੜੇ ਹੈ ਉਹ ਡੀਐਸਪੀ ਪੰਜਾਬ ਪੁਲਿਸ ਦੇ ਵਿੱਚ ਸੀਗੇ। ਉਸ ਟਾਈਮ ਬੜਾ ਸਿੰਪਲ ਜਿਹਾ ਜ਼ਮਾਨਾ ਹੁੰਦਾ ਸੀਗਾ, ਕੋਈ ਬਹੁਤੀਆਂ ਐਕਟੀਵਿਟੀਜ਼ ਨਹੀਂ ਸੀ ਹੁੰਦੀਆਂ। समाचार तमाम दर्शकों का मैं आदित्य स्वागत कर रहा। इस टाइम आप पहुँच चुके हैं डीसीपी जगमोहन जी के नाल। आप पुछांगे किस तरीके ਨਾਲ अपने लाइफ ਦੇ स्ट्रगल किया, इस मुकाम तक पीपीएस रैंक ਜਿਹੜਾ ਉਹਨਾਂ ਕੋਲ ਅੱਜ ਦੀ ਡੇਟ 'ਚ ਜਲੰਧਰ ਪੁਲਿਸ ਕਮਿਸ਼ਨਰ डिप्टी कमिश्नर ਆ। ਉਹਨਾਂ ਸਭ ਤੋਂ ਪਹਿਲਾਂ ਆਪਣੇ ਚੈਨਲ 'ਚ ਸਵਾਗਤ ਕਰਦਾ। ਸਵਾਗਤ ਜੀ, ਥੈਂਕ ਯੂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੁਸੀਂ ਆਪਣੇ ਪਰਸਨਲ ਲਾਈਫ ਥੋੜਾ ਦੱਸੋਗੇ ਕਿਸ ਤਰੀਕੇ ਨਾਲ ਤੁਸੀਂ ਆਪਣੀ ਸਟਰਗਲ ਕਰਕੇ ਮਿਹਨਤ ਕਰਕੇ ਇਸ ਮੁਕਾਮ ਤੱਕ ਤੁਸੀਂ ਪਹੁੰਚੇ ਹੋ? ਮੈਂ ਸਾਰਿਆਂ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਹੈਗਾ ਕਿ ਜਿਹੜਾ ਹੈਗਾ ਅਸੀਂ ਪੁਲਿਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਮੇਰੇ ਫਾਦਰ ਸਾਹਿਬ ਜਿਹੜੇ ਹੈ ਉਹ ਡੀਐਸਪੀ ਪੰਜਾਬ ਪੁਲਿਸ ਦੇ ਵਿੱਚ ਸੀਗੇ। ਉਹਨਾਂ ਤੋਂ ਬਾਅਦ ਜਿਹੜਾ ਹੈਗਾ ਸਡਨਲੀ ਉਹਨਾਂ ਦੇ ਕਿਸੇ ਸਰਕਮਸਟੈਂਸਿਸ ਡੈਥ ਹੋਣ ਤੋਂ ਬਾਅਦ ਜਿਹੜਾ 92 ਦੇ ਵਿੱਚ ਐਜ਼ ਇੰਸਪੈਕਟਰ ਮੈਂ ਜਿਹੜਾ ਜੁਆਇਨ ਕੀਤਾ ਔਰ ਅਲੱਗ-ਅਲੱਗ ਜਗ੍ਹਾ 'ਤੇ ਮੈਂ ਜਿਹੜਾ ਬਤੌਰ ਐਸਐਚਓ ਰਿਹਾ। ਉਸ ਤੋਂ ਬਾਅਦ 99 ਦੇ ਵਿੱਚ ਜਿਹੜਾ ਮੈਂ ਡੀਐਸਪੀ ਪ੍ਰਮੋਟ ਹੋਇਆ ਬਰਨਾਲੇ ਤੋਂ। ਉਸ ਬਰਨਾਲੇ ਤੋਂ ਮੇਰਾ ਸਫ਼ਰ ਐਜ਼ ਡੀਐਸਪੀ ਸ਼ੁਰੂ ਹੋਇਆ ਅਤੇ ਅਲੱਗ-ਅਲੱਗ ਸਬ ਡਿਵੀਜ਼ਨਾਂ ਬਰਨਾਲਾ, ਮੋਗਾ, ਬੰਗਾ, ਬਲਾਚੌਰ, ਜਲੰਧਰ ਸਿਟੀ, ਕਪੂਰਥਲਾ, ਬਠਿੰਡਾ, ਅਲੱਗ-ਅਲੱਗ ਸਬ ਡਿਵੀਜ਼ਨਾਂ ਦੇ ਵਿੱਚ ਮੈਂ ਜਿਹੜਾ ਬਤੌਰ ਡੀਐਸਪੀ ਕੰਮ ਕੀਤਾ। 2010 ਦੇ ਵਿੱਚ ਜਿਹੜਾ ਹੈਗਾ ਮੈਂ ਐਸਪੀ ਪ੍ਰਮੋਟ ਹੋਇਆ ਬਲਾਚੌਰ ਤੋਂ। ਉਸ ਤੋਂ ਬਾਅਦ ਮੈਂ ਐਸਪੀ ਹੈੱਡਕੁਆਟਰ ਮੋਗਾ, ਕਪੂਰਥਲਾ, ਹੁਸ਼ਿਆਰਪੁਰ ਜਿਹੜਾ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਤਰਨਤਾਰਨ ਐਜ਼ ਐਸਪੀ ਕੰਮ ਕੀਤਾ। ਐਸਪੀ ਸਿਟੀ ਜਲੰਧਰ 2016 ਤੋਂ 17 ਤੱਕ ਰਿਹਾ। 2017 ਤੋਂ ਮੈਂ ਡੀਸੀਪੀ ਅੰਮ੍ਰਿਤਸਰ ਰਿਹਾ। 2017 ਤੋਂ ਲੈ ਕੇ 2021 ਤੱਕ ਜਿਹੜਾ ਮੈਂ ਡੀਸੀਪੀ ਅੰਮ੍ਰਿਤਸਰ ਰਿਹਾ। 21 ਤੋਂ ਬਾਅਦ ਮੈਂ ਐਜ਼ ਡੀਸੀਪੀ ਲਾ ਐਂਡ ਆਰਡਰ ਜਿਹੜਾ ਜਲੰਧਰ ਆ ਗਿਆ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਕੁਛ ਸਮਾਂ ਆਰਮਡ ਬਟਾਲੀਅਨ ਦੇ ਵਿੱਚ ਕਮਾਂਡੈਂਟ ਰਿਹਾ ਅਤੇ ਹੁਣ ਮੈਂ ਦੁਬਾਰਾ ਇੱਥੇ ਐਜ਼ ਡੀਸੀਪੀ ਸਿਟੀ ਜਿਹੜਾ ਜੁਆਇਨ ਕੀਤਾ ਹੈਗਾ। ਇਸ ਦੌਰਾਨ ਜਿਹੜੇ ਬੜੇ ਜਿਹੜੇ ਚੈਲੰਜਿਸ ਸੀਗੇ, ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਦੋਂ ਮੈਂ 4 ਸਾਲ ਡੀਸੀਪੀ ਰਿਹਾ, ਉੱਥੇ ਖਾਸ ਕਰਕੇ ਜਿਸ ਤਰ੍ਹਾਂ ਹੁਣ ਚੱਲ ਹੀ ਰਿਹਾ ਘੱਲੂਘਾਰਾ ਵੀਕ, ਅਸੀਂ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਵਾਸਤਵਾ ਸਾਹਿਬ, ਸ਼੍ਰੀ ਗਿੱਲ ਸਾਹਿਬ, ਉਹਨਾਂ ਦੇ ਨਾਲ ਉੱਥੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਇਸੇ ਤਰ੍ਹਾਂ ਹੀ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਹੁਣ ਮੈਂ ਇੱਥੇ ਲਗਾਤਾਰ ਜਿਹੜੇ ਇੱਥੇ ਸੇਵਾ ਕਰ ਰਿਹਾ। ਗੱਲ ਕਰੀਏ ਕਿ ਕਾਲਜ ਦੇ ਟਾਈਮ 'ਤੇ ਕੁਛ ਇੱਦਾਂ ਕੋਈ ਯਾਦਗਾਰ ਸਫ਼ਰ ਰਿਹਾ ਹੋਵੇ ਤੁਹਾਡੇ ਨਾਲ? ਐਕਚੁਅਲੀ ਉਸ ਟਾਈਮ ਬੜਾ ਸਿੰਪਲ ਜਿਹਾ ਜ਼ਮਾਨਾ ਹੁੰਦਾ ਸੀਗਾ, ਕੋਈ ਬਹੁਤੀਆਂ ਐਕਟੀਵਿਟੀਜ਼ ਨਹੀਂ ਸੀ ਹੁੰਦੀਆਂ। ਲੋਕਾਂ ਦੀ ਜਿਹੜੀ ਲਾਈਫ ਹੈਗੀ ਆ ਬੜੀ ਸਿੱਧੀ ਸਾਦੀ ਹੁੰਦੀ ਸੀਗੀ। ਅਤੇ ਅਸੀਂ ਸਾਡਾ ਇੱਕ ਸਮਝ ਲਓ 5-4 ਦੋਸਤਾਂ ਦਾ ਇੱਕ ਗਰੁੱਪ ਹੁੰਦਾ ਸੀਗਾ ਜਿਹੜਾ ਅਸੀਂ ਇਕੱਠੇ ਹਮੇਸ਼ਾ ਰਹਿੰਦੇ ਸੀਗੇ। ਉਹਦੇ ਵਿੱਚ ਕਿਉਂਕਿ ਮੇਰੇ ਫਾਦਰ ਵੀ ਪੁਲਿਸ 'ਚ ਸੀਗੇ ਔਰ ਅਸੀਂ ਜਿਹੜਾ ਥੋੜ੍ਹਾ ਜਿਹਾ ਡਿਸਿਪਲਿਨਡ ਲਾਈਫ ਜਿਹੜੀ ਸੀਗੀ ਸਾਡੀ ਰਹਿੰਦੀ ਸੀਗੀ, ਇਸ ਕਰਕੇ ਜਿਹੜਾ ਕੋਈ ਖਾਸ ਨਹੀਂ ਹੈਗਾ। ਇਸੇ ਤਰ੍ਹਾਂ ਹੀ ਮੇਰਾ ਛੋਟਾ ਬ੍ਰਦਰ ਆ, ਉਹ ਵੀ ਡੀਐਸਪੀ ਬਤੌਰ ਬੰਗੇ ਲੱਗਿਆ ਹੋਇਆ ਹੈਗਾ। ਸਾਡੀ ਜਿਹੜੀ ਸਾਰੀ ਫੈਮਿਲੀ ਹੈਗੀ ਆ ਉਹ ਇਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈ। ਗੱਲ ਕਰੀਏ ਕਿ ਕੁਛ ਇੱਦਾਂ ਦਾ ਯਾਦਗਾਰ ਆਪਣੇ ਪਰਸਨਲ ਲਾਈਫ ਦੇ ਵਿੱਚ ਕੋਈ ਯਾਦਗਾਰ ਹਿੱਸਾ ਰਿਹਾ ਹੋਵੇ ਤੁਹਾਡੇ ਆਪਣੀ ਲਾਈਫ ਦੇ ਵਿੱਚ? ਹਾਂਜੀ, ਇਸ ਤਰ੍ਹਾਂ ਕਈ ਕੌੜੀਆਂ ਮਿੱਠੀਆਂ ਯਾਦਾਂ ਹੈਗੀਆਂ ਜਿਹਦੇ ਵਿੱਚ ਕਈ ਜਗ੍ਹਾ ਇਸ ਤਰ੍ਹਾਂ ਹੋਇਆ ਕਿ ਚਾਹੇ ਮੌਬ ਸੀਗਾ, ਤੁਸੀਂ ਉੱਥੇ ਜਿਹੜਾ ਉਹਨਾਂ ਨੂੰ ਹੈਂਡਲ ਕਰਨਾ ਪਿਆ ਔਰ ਤੁਸੀਂ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਹੋਣੀ ਚਾਹੀਦੀ ਆ। ਕਈ ਵਾਰੀ ਦੇਖਿਆ 5-5, 7-7 ਹਜ਼ਾਰ ਬੰਦਾ ਸੀਗਾ, ਉਹਦੇ ਨਾਲ ਤੁਸੀਂ ਗੱਲ ਕਰ ਰਹੇ, ਕੋਈ ਇੰਸੀਡੈਂਟ ਹੋ ਗਿਆ ਜਿਸ ਤਰ੍ਹਾਂ ਤੁਸੀਂ ਸਮਝਦੇ ਹੈਗੇ। ਕਈ ਵਾਰੀ ਲੋਕ ਜਿਹੜੇ ਹੈਗੇ ਆ ਉਹ ਜਿਹੜੇ ਕਈ ਸਿਸਟਮ ਹੁੰਦੇ ਆ ਕਿ ਗਲਤਫਹਿਮੀ ਹੋ ਜਾਂਦੀ, ਲੋਕ ਭੜਕਾਹਟ 'ਚ ਆ ਜਾਂਦੇ ਹੈਗੇ ਆ। ਉਹਨਾਂ ਨੂੰ ਜਿਹੜਾ ਸ਼ਾਂਤ ਕਰਨਾ, ਉਹ ਵੀ ਜਿਹੜਾ ਤੁਹਾਡਾ ਆਪਣੇ ਆਪ ਦੇ ਵਿੱਚ ਤੁਹਾਡੀ ਜਿਹੜੀ ਉਹਦੇ ਵਿੱਚ ਮਾਸਟਰੀ ਹੋਣੀ ਚਾਹੀਦੀ ਹੈ। ਲੋਕਾਂ ਨਾਲ ਕਮਿਊਨੀਕੇਟ ਕਰ ਸਕਦੇ ਹੋ ਤੁਸੀਂ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਫੀ ਘਟਨਾ ਹੈਗੀਆਂ ਜਿਹੜੀਆਂ ਲਾਈਫ ਦੇ ਵਿੱਚ ਡਿਊਰਿੰਗ ਜਿਹੜੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਜ਼ ਚਾਹੇ ਇੰਸਪੈਕਟਰ ਹੋਈਏ, ਚਾਹੇ ਡੀਐਸਪੀ ਹੋਈਏ, ਚਾਹੇ ਐਸਪੀ ਹੋਈਏ, ਚਾਹੇ ਡੀਸੀਪੀ ਹੋਈਏ, ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ। ਪਰ ਪਰਮਾਤਮਾ ਦਾ ਸ਼ੁਕਰ ਹੈ ਹਮੇਸ਼ਾ ਹੀ ਜਿਹੜਾ ਕਿਤੇ ਨਾ ਕਿਤੇ ਅਸੀਂ ਬੜਾ ਉਸ ਪਰਮਾਤਮਾ ਦੀ ਕਿਰਪਾ ਨਾਲ ਹਰ ਇੱਕ ਚੀਜ਼ ਜਿਹੜੀ ਹੈਂਡਲ ਹੋ ਗਈ। ਗੱਲ ਕਰੀਏ ਕਿ ਤੁਸੀਂ ਅੱਜ ਇਸ ਵਰਦੀ ਦੇ ਵਿੱਚ ਬੈਠੇ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਇਸ ਟਾਈਮ?
ਦੇਖੋ ਅਲਟੀਮੇਟਲੀ ਜਿਹੜਾ ਪੁਲਿਸ ਦੀ ਜੌਬ ਹੈ ਬੜੀ ਇਹ ਸੋਫਿਸਟੀਕੇਟਡ ਜੌਬ ਹੈਗੀ। ਇੱਥੇ ਰਿਸਪੈਕਟ ਵੀ ਆ, ਬਟ ਤੁਸੀਂ ਦੇਖਿਆ ਇੱਥੇ ਚੈਲੰਜਸ ਵੀ ਬੜੇ ਹੈਗੇ ਆ। ਹਮੇਸ਼ਾ ਹੀ ਤੁਹਾਨੂੰ ਨਵੇਂ ਚੈਲੰਜ ਹੁੰਦੇ। ਆਮ ਤੌਰ 'ਤੇ ਜੇ ਕੋਈ ਵੀ ਡਿਪਾਰਟਮੈਂਟ ਦੀ ਜੌਬ ਆ, ਉਹਦੇ ਵਿੱਚ ਜਿਹੜੇ ਸਿੰਪਲ ਰੂਟੀਨ ਵਰਕ ਆ, ਜੋ ਕੁਛ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਣਾ, ਜੋ ਸਾਲਾਂਬੰਦੀ ਹੁੰਦਾ ਆ ਉਹੀ ਹੋਣਾ। ਸਪੋਜ਼ਿੰਗ ਚਾਹੇ ਬੈਂਕ ਆ, ਚਾਹੇ ਕੋਈ ਹੋਰ ਜਿਹੜਾ ਡਿਪਾਰਟਮੈਂਟ ਆ, ਉਹਦੇ ਵਿੱਚ ਚਾਹੇ ਰੈਵਨਿਊ ਡਿਪਾਰਟਮੈਂਟ ਦਾ, ਉਹਦੇ 'ਚ ਇੱਕ ਰੂਟੀਨ ਵਰਕ ਹੈਗਾ। ਸਾਡਾ ਜਿਹੜਾ ਹਮੇਸ਼ਾ ਰੂਟੀਨ ਤੋਂ ਹਟ ਕੇ ਆ, ਨਵੇਂ ਚੈਲੰਜਸ ਹੈਗੇ ਆ, ਚਾਹੇ ਉਹ ਕਰੋਨਾ ਮਹਾਂਮਾਰੀ ਦੇ ਦੌਰਾਨ ਕਰਫਿਊ ਲਵਾਉਣ ਬਾਰੇ ਹੋਵੇ, ਚਾਹੇ ਉਹ ਕਿਸੇ ਵੀ ਜਿਸ ਤਰ੍ਹਾਂ ਗੈਂਗਵਾਰ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਹੈਗਾ, ਚਾਹੇ ਉਹ ਟੈਰਰਿਜ਼ਮ ਹੋਵੇ, ਚਾਹੇ ਕੋਈ ਕਿਸੇ ਹੜ੍ਹ ਆ ਜਾਣ, ਚਾਹੇ ਕੋਈ ਝੱਖੜ ਝੂਲ ਜਾਣ, ਕਿਉਂਕਿ ਪੁਲਿਸ ਹਰ ਜਗ੍ਹਾ ਹੀ ਆਪਣੇ ਆਪ 'ਚ ਹਮੇਸ਼ਾ ਇਨਵੋਲਵ ਹੁੰਦੀ ਆ। ਜਿਹੜਾ ਇੱਕ ਮੈਂ ਤੁਹਾਨੂੰ ਇੰਸੀਡੈਂਟ ਸ਼ੇਅਰ ਕਰਨਾ ਚਾਹੁੰਦਾ। ਤੁਸੀਂ ਅੰਮ੍ਰਿਤਸਰ ਜਿਹੜੀ ਇੱਕ ਟ੍ਰੇਨ ਟ੍ਰੈਜਡੀ ਹੋਈ ਸੀਗੀ, ਉਹ ਇੱਕ ਡਿਫਰੈਂਟ ਕਿਸਮ ਦਾ ਜਿਹੜਾ ਇੰਸੀਡੈਂਟ ਸੀਗਾ, ਪਰ ਸਾਡੇ ਉੱਥੇ ਕਮਿਸ਼ਨਰ ਸ਼੍ਰੀ ਵਾਸਤਵਾ ਸਾਹਿਬ ਜਿਹੜੇ ਇਸ ਟਾਈਮ ADGP ਇੰਟੈਲੀਜੈਂਸ ਆ, ਉਹਨਾਂ ਨੇ ਬੜੇ ਲੋਕਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਸਮਝਾ ਬੁਝਾ ਕੇ ਬੜਾ ਤਰੀਕੇ ਦੇ ਨਾਲ ਹੈਂਡਲ ਕੀਤਾ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਹੈਗਾ ਕਿ ਇੰਨੇ ਮਾਸ ਲੈਵਲ 'ਤੇ ਜਿਹੜਾ ਐਡਾ ਵੱਡਾ ਐਕਸੀਡੈਂਟ ਹੋਇਆ ਹੋਵੇ ਔਰ ਉਹਨੂੰ ਬੜੇ ਤਰੀਕੇ ਨਾਲ ਹੈਂਡਲ ਕੀਤਾ ਹੋਵੇ, ਕੋਈ ਈਵਨ ਕਿ ਕਿਸੇ ਨੇ ਕੋਈ ਉੱਥੇ ਪਥਰਾਬਾਜ਼ੀ ਦੀ ਘਟਨਾ ਨਹੀਂ ਹੋਈ, ਕੋਈ ਉੱਥੇ ਧਰਨਾ ਮੁਜ਼ਾਹਰਾ ਨਹੀਂ ਹੋਇਆ। ਬੇਸ਼ੱਕ ਲੋਕ ਬਾਹਰੋਂ ਜਿਹੜੀਆਂ ਹੋਰ ਵੀ ਜਥੇਬੰਦੀਆਂ ਆਉਂਦੀਆਂ ਰਹੀਆਂ, ਬਟ ਉੱਥੇ ਪ੍ਰੋਪਰ ਜਿਹੜਾ ਲੋਕਾਂ ਨੂੰ ਜ਼ਖਮੀਆਂ ਨੂੰ ਵੇਲੇ ਸਿਰ ਚੱਕਿਆ, ਔਰ ਜਿਹੜੀਆਂ ਡੈੱਡ ਬੋਡੀਜ਼ ਸੀਗੀਆਂ ਜਿਹੜੀਆਂ ਉਹ ਵੀ ਇਮੀਡੀਏਟਲੀ ਜਿਹੜੀਆਂ ਹੈਗੀਆਂ ਉਹ ਉੱਥੇ ਹਸਪੀਟਲ ਦੇ ਵਿੱਚ ਪਹੁੰਚਦੀਆਂ ਕੀਤੀਆਂ। ਜਿੰਨੇ ਵੀ ਸਾਡੇ ਆਫਿਸਰ ਸੀਗੇ, ਚਾਹੇ ਉਹ ਹੋਮਗਾਰਡ ਤੋਂ ਲੈ ਕੇ ਸਾਡੇ IG ਸਾਹਿਬ ਤੱਕ, ਸਾਡੇ IG ਬਾਰਡਰ ਰੇਂਜ ਸ਼੍ਰੀ ਪਰਮਾਰ ਸਾਹਿਬ ਉਸ ਟਾਈਮ IG ਬਾਰਡਰ ਰੇਂਜ ਸੀ, ਅਦਰ ਜਿਹੜੇ ਆਸ-ਪਾਸ ਦੇ ਡਿਸਟ੍ਰਿਕਟ ਸੀਗੇ, ਉਹਨਾਂ ਦੇ SSP ਸਾਹਿਬ ਆਪਣੇ ਆਪ ਹੀ ਪਹੁੰਚ ਗਿਆ। ਔਰ ਸਾਰੀ ਪੁਲਿਸ ਨੇ ਇੱਕ ਯੂਨਿਟੀ ਨਾਲ ਕੰਮ ਕੀਤਾ। ਉਹਨਾਂ ਨੂੰ ਲੱਗਿਆ ਇਹ ਕਮਿਸ਼ਨਰੇਟ ਦਾ ਕੰਮ ਨਹੀਂ ਹੈਗਾ, ਇਹ ਸਾਡਾ ਕੰਮ ਹੈਗਾ। ਔਰ ਮੈਂ ਇਸ ਗੱਲ 'ਤੇ ਸਾਰਿਆਂ ਨੂੰ ਮਤਲਬ ਕਿ ਇੱਥੇ ਸਾਰੇ ਵਧਾਈ ਦੇ ਪਾਤਰ ਹੈ, ਜਿਸ ਹਿਸਾਬ ਨਾਲ ਜਿਹੜਾ ਉਹ ਸਾਰੇ ਕੰਮ ਨੂੰ ਉਸ ਟਾਈਮ ਹੈਂਡਲ ਕੀਤਾ। ਜਗਮੋਹਨ ਜੀ, ਗੱਲ ਕਰੀਏ ਤੁਸੀਂ ਆਪਣੀ ਪਰਸਨਲ ਲਾਈਫ ਨੂੰ ਕਿੰਨਾ ਕੁ ਟਾਈਮ ਦੇ ਪੈਂਦਾ? ਕਦੀ ਕਰਨਾ ਰਾਤੀ 2 ਵਜੇ ਕੋਈ ਹਾਦਸਾ ਹੋ ਜਾਂਦਾ, ਤੁਸੀਂ ਜਾਣਾ ਪੈਂਦਾ ਘਰੋਂ ਉੱਠ ਕੇ, ਘਰ ਦੇ ਵੀ ਡੀਕਦੇ, ਸਾਨੂੰ ਵੀ ਟਾਈਮ, ਤੁਸੀਂ ਆਪਣੀ ਪਰਸਨਲ ਲਾਈਫ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਡਿਊਟੀ ਦੇ ਦੌਰਾਨ? ਦੇਖੋ ਇੱਕ ਗੱਲ ਹੈ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਰਿਸਪੌਂਸਿਬਿਲਟੀ ਬੜੀਆਂ ਤੁਹਾਡੀਆਂ ਲੋਕੀ ਤੁਹਾਡੇ ਤੋਂ ਐਕਸਪੈਕਟੇਸ਼ਨਸ ਰੱਖਦੇ ਹੈਗੇ ਆ, ਕਿਉਂਕਿ ਤੁਸੀਂ ਇੱਕ ਆਫਿਸਰ ਹੈਗੇ ਆ ਅਤੇ ਤੁਸੀਂ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਪਰਸਨਲ ਲਾਈਫ ਹੈ ਉਹ ਸਫਰ ਕਰਦੀ ਹੈਗੀ ਹੈ। ਜਿਸ ਤਰ੍ਹਾਂ ਰਾਤ ਦੀ ਘਟਨਾ 'ਚ ਤੁਸੀਂ ਵੀ ਉੱਥੇ ਸੀਗੇ, ਤਕਰੀਬਨ 4-5 ਵਜੇ ਤੱਕ ਜਿਹੜੇ ਆਪਾਂ ਉੱਥੇ ਰਹੇ ਹੈਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆਮ ਤੌਰ 'ਤੇ ਜਿਹੜੀਆਂ ਵਾਪਰਦੀਆਂ ਰਹਿੰਦੀਆਂ, ਤੁਹਾਡਾ ਜਿਹੜਾ ਆਪਣਾ ਸ਼ਡਿਊਲ ਆ ਉਹ ਕੋਈ ਫਿਕਸ ਨਹੀਂ ਹੁੰਦਾ ਵੀ ਤੁਸੀਂ ਸਵੇਰੇ 9 ਵਜੇ ਜਾਣਾ ਅਤੇ 5 ਵਜੇ ਤੁਸੀਂ ਫ੍ਰੀ ਹੋ ਕੇ ਆ ਜਾਣਾ, ਜਾਂ ਤੁਸੀਂ 7 ਵਜੇ ਫ੍ਰੀ ਹੋ ਕੇ ਜਾਣਾ। ਕੋਈ ਸਾਡਾ ਇਸ ਤਰ੍ਹਾਂ ਦਾ ਕਦੇ ਰੂਟੀਨ ਨਹੀਂ ਬਣਿਆ। ਔਰ ਮੋਰ ਓਵਰ ਮੋਸਟਲੀ ਜਿਹੜੀ ਮੇਰੀ ਸਰਵਿਸ ਹੈਗੀ ਆ 90% ਦੇ ਕਰੀਬ ਉਹ ਜਿਹੜੀ ਮੇਰੀ ਫੀਲਡ ਦੇ ਵਿੱਚ ਹੀ ਮੈਂ ਜੋਬ ਕੀਤੀ ਆ, ਅਤੇ ਮੈਂ ਤਾਂ ਯੂਜ਼ ਟੂ ਹੋ ਗਿਆ। ਸਾਨੂੰ ਇਸ ਤਰ੍ਹਾਂ ਕੋਈ ਕਦੇ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਨੂੰ ਰਾਤ ਨੂੰ ਉੱਠ ਕੇ ਜਾਣਾ ਪਿਆ, ਜਾਂ ਮੈਂ ਰਾਤੀ ਲੇਟ ਆਇਆ, ਜਾਂ ਖਾਣੇ ਦਾ ਟਾਈਮ ਨਹੀਂ ਮਿਲਿਆ। ਕੋਈ ਇਹਨੂੰ ਮੈਂ ਮਤਲਬ ਕਿ ਹੁਣ ਤਾਂ ਅਸੀਂ ਇਸ ਨੂੰ ਕਿਉਂਕਿ ਜੋਬ ਨੂੰ ਜਿਹੜਾ ਅਸੀਂ ਇੰਜੋਏ ਕਰਦੇ ਹਾਂ, ਕਿਉਂਕਿ ਸੁਸਾਇਟੀ ਦੇ ਵਿੱਚ ਤੁਹਾਨੂੰ ਬੜੀ ਸੁਸਾਇਟੀ ਰਿਸਪੈਕਟ ਦਿੰਦੀ ਆ, ਔਰ ਤੁਹਾਡਾ ਵੀ ਕੁਝ ਫਰਜ਼ ਬਣਦਾ ਹੈਗਾ ਲੋਕਾਂ ਨੂੰ ਦੇਣ ਬਾਰੇ। ਜਗਮੋਹਨ ਜੀ, ਗੱਲ ਕਰੀਏ ਕਿ ਆਪਾਂ ਤੁਸੀਂ ਇਸ ਟਾਈਮ ਪਹੁੰਚੇ ਹੋਏ ਮੁਕਾਮ ਦੇ ਵਿੱਚ ਕਿੰਨੀ ਕੁ ਮਿਹਨਤ ਕੀਤੀ ਇੱਥੇ ਤੱਕ ਪਹੁੰਚਣ ਵਾਸਤੇ? ਦੇਖੋ ਮੈਂ ਇੱਕ ਗੱਲ ਸਮਝਦਾ ਹੈਗਾ, ਤੁਸੀਂ ਇਮਾਨਦਾਰੀ ਨਾਲ ਜੇ ਆਪਣੀ ਸਰਵਿਸ ਕਰੋ ਅਤੇ ਪਰਫੋਰਮ ਕਰੋ ਅਤੇ ਤੁਹਾਨੂੰ ਹਮੇਸ਼ਾ, ਕਿਉਂਕਿ ਕੰਮ ਤਾਂ ਅਲਟੀਮੇਟਲੀ ਆਫਿਸਰਸ ਨਹੀਂ ਕਰਨਾ ਹੈਗਾ, ਅਤੇ ਤੁਹਾਨੂੰ ਕੋਈ ਨਾ ਤਾਂ ਲੱਗਣ ਦੀ ਕੋਈ ਚਿੰਤਾ ਹੁੰਦੀ ਹੈ, ਔਰ ਤੁਹਾਨੂੰ ਸਾਡੇ ਜਿਹੜੇ ਸੀਨੀਅਰ ਆਫਿਸਰ ਹੈ ਉਹ ਪਰਫੋਰਮੈਂਸ ਬੇਸਡ 'ਤੇ ਜਿਹੜਾ ਹੈਗਾ ਉਹ ਤੁਹਾਨੂੰ ਜ਼ਰੂਰ ਪਿਕ ਕਰਦੇ ਹੈਗੇ ਆ। ਔਰ ਮੈਨੂੰ ਕੋਈ ਜਿਹੜਾ ਹੈਗਾ ਮੋਸਟਲੀ ਜਿਹੜੀਆਂ ਪੋਸਟਿੰਗਸ ਬਾਰੇ ਹੈਗਾ, ਉਹ ਜਿੰਨੇ ਵੀ ਸਾਡੇ ਆਫਿਸਰਸ ਹੈਗੇ ਆ ਉਹ ਆਪਣੇ ਆਪ ਹੀ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਹੈਗਾ। ਮੇਰਾ ਇੱਕ ਵਾਰੀ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹੁੰਦਾ, ਮੇਰਾ ਇੱਕ ਵਾਰੀ ਐਕਸੀਡੈਂਟ ਹੋ ਗਿਆ ਸੀਗਾ, ਮੇਰੇ ਫ੍ਰੈਕਚਰ ਹੋਇਆ ਸੀਗਾ, ਅਤੇ ਮੈਨੂੰ SPD ਜਿਹੜਾ ਤਰਨਤਾਰਨ ਲਾ ਦਿੱਤਾ। ਜਦੋਂ ਮੈਂ ਉੱਥੇ IG ਸਾਹਿਬ ਨੂੰ ਕਿਹਾ, ਸਰ ਮੈਂ ਇਸ ਤਰ੍ਹਾਂ ਕਰਕੇ ਮੇਰੀ ਸਰਜਰੀ ਹੋਈ ਹੈ, ਮੈਂ ਆ ਨਹੀਂ ਸਕਦਾ, ਅਤੇ ਉਹਨਾਂ ਨੇ ਕਿਹਾ ਬੇਟੇ ਕੋਈ ਗੱਲ ਨਹੀਂ, ਤੂੰ ਥੋੜ੍ਹਾ ਹੌਲੀ 2-3 ਘੰਟੇ ਕੰਮ ਕਰ ਲਿਆ ਕਰੀ, ਅਤੇ ਕਿਉਂਕਿ ਇੱਥੇ ਰਿਕੁਆਇਰਡ ਹੈਗਾ। ਅਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਲਾਈਫ ਦੇ ਵਿੱਚ ਤਾਂ ਕੋਈ ਵੀ ਬੰਦਾ ਕੰਮ ਕਰਦਾ, ਚਾਹੇ ਤੁਸੀਂ ਹਰ ਇੱਕ ਬੰਦੇ ਲਈ ਜੋ ਕੋਈ ਜੀਵਨ ਜਿਹੜਾ ਬੰਦਾ ਇੱਥੇ ਆ ਗਿਆ ਉਹਦੇ ਲਈ ਸਟਰਗਲ ਹੈ, ਚਾਹੇ ਉਹ ਕਿਸੇ ਵੀ
ਕੋਈ ਵੀ ਕਿੱਤਾ ਕਰਦਾ ਹੈਗਾ, ਚਾਹੇ ਉਹ ਕਿਸੇ ਬੈਂਕ 'ਚ ਜੌਬ ਕਰਦਾ ਹੈਗਾ, ਚਾਹੇ ਉਹ ਕੋਈ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਆ, ਤੁਸੀਂ ਦਿਨ ਰਾਤ ਕੰਮ ਕਰ ਰਹੇ ਆ, ਤੁਸੀਂ ਵੀ ਸਟਰਗਲ ਕਰਦੇ ਆ, ਤੁਹਾਡੇ ਲਈ ਵੀ ਜਿਹੜਾ ਤੁਸੀਂ ਵੀ ਸਫ਼ਰ ਕਰਦੇ ਆ, ਕਿਤੇ ਨਾ ਕਿਤੇ ਬਹੁਤ ਸਾਰੇ ਇਹੋ ਜਿਹੇ ਡਿਪਾਰਟਮੈਂਟ ਹੈ ਜਿੱਥੇ ਜਿਹੜੀ ਫੈਮਿਲੀ ਲਾਈਫ ਹੈ ਉਹ ਸਫ਼ਰ ਹੁੰਦੀ ਹੈ। ਗੱਲ ਕਰੀਏ ਸਕੂਲ ਟਾਈਮ ਦੇ ਕੋਈ ਪੁਰਾਣੇ ਯਾਰ, ਕਾਲਜ ਦੇ ਯਾਰ ਕੋਈ ਅੱਜ ਵੀ ਮਿਲਦੇ ਹੋਣਗੇ ਤੁਹਾਨੂੰ? ਹਾਂਜੀ ਬਿਲਕੁਲ, ਜਿਹੜੇ ਮੇਰੇ ਦੋਸਤ ਆ ਪੁਰਾਣੇ ਸਕੂਲ ਟਾਈਮ ਦੇ, ਸਾਡਾ ਇੱਕ ਆਪਣਾ ਯਾਰ ਅਨਮੁੱਲੇ ਗਰੁੱਪ ਹੈਗਾ। ਅਸੀਂ ਜਿਹੜਾ ਗੈਟ ਟੂਗੈਦਰ 3-4 ਮਹੀਨਿਆਂ ਬਾਅਦ ਅਸੀਂ ਕਰਦੇ ਰਹਿੰਦੇ ਹੈਗੇ ਆ। ਮੋਸਟਲੀ ਸਾਰੇ ਇੱਥੇ ਜਲੰਧਰ ਹੀ ਐਸਟੈਬਲਿਸ਼ ਹੈ, ਕਿਉਂਕਿ ਮੈਂ ਇੱਥੇ ਹੀ ਪੜ੍ਹਿਆ ਹੈਗਾ। ਸਾਡੇ ਦੋਸਤ ਹੈਗੇ ਆ, ਕੰਟੀਨਿਊਸਲੀ ਸਾਨੂੰ ਕਿਤੇ ਨਾ ਕਿਤੇ ਗਾਏ ਬਗਾਏ ਮਿਲਦੇ ਰਹਿੰਦੇ, ਦੁੱਖ ਸੁੱਖ 'ਚ ਮਿਲਦੇ ਰਹਿੰਦੇ। ਕਿਹੜੇ ਸਕੂਲ ਤੇ ਕਾਲਜ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ? ਮੈਂ ਇੱਥੇ ਜਿਹੜਾ ਜੂਨੀਅਰ ਮਾਡਲ ਸਕੂਲ ਜਿਹੜਾ ਉਹਦੇ ਤੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਆ, ਅਤੇ ਉਸ ਤੋਂ ਬਾਅਦ ਅਸੀਂ DAV ਕਾਲਜ ਪੜ੍ਹੇ ਹਾਂ। ਔਰ ਸਾਡੇ ਜਿਹੜੇ ਮੋਸਟਲੀ ਦੋਸਤ ਹੈਗੇ, ਕੋਈ ਡਾਕਟਰ ਆ, ਕੋਈ SC ਬਿਜਲੀ ਬੋਰਡ ਆ, ਜਿਹੜੇ ਸਾਡੇ ਕਲਾਸਮੇਟ ਸੀਗੇ, ਖਾਸ ਕਰਕੇ ਸਕੂਲ ਦੇ ਵੈਲ ਐਸਟੈਬਲਿਸ਼ਡ ਹੈਗੇ। ਲਾਸਟ ਪਾਰਟੀ ਤੁਸੀਂ ਕਦੋਂ ਕੀਤੀ? ਲਾਸਟ ਟਾਈਮ ਕਦੋਂ ਆਪਣੇ ਯਾਰਾਂ ਦੋਸਤਾਂ ਨੂੰ ਮਿਲੇ ਸੀ? ਸਾਡੀ ਜਿਹੜੀ ਲਾਸਟ ਗੈਟ ਟੂਗੈਦਰ ਹੈ ਉਹ ਇਸ ਸਾਲ ਫੈਬਰਰੀ ਦੇ ਵਿੱਚ ਹੋਈ ਸੀਗੀ। ਸਾਡੇ ਕੋਈ ਦੋਸਤ ਫੋਰਨ ਤੋਂ ਆਏ ਸੀਗੇ, ਅਤੇ ਅਸੀਂ ਜਿਹੜਾ ਕੋਈ ਨਾ ਕੋਈ ਜਦੋਂ ਕੋਈ ਓਕੇਜਨ ਹੁੰਦੀ ਆ, ਅਸੀਂ ਉਦੋਂ ਜਿਹੜਾ ਕਿਤੇ ਨਾ ਕਿਤੇ ਬੈਠ ਕੇ ਅਸੀਂ ਸੈਲੀਬ੍ਰੇਟ ਕਰਦੇ ਹਾਂ। ਜਗਮੋਹਨ ਜੀ, ਗੱਲ ਕਰੀਏ ਜਿੱਦਾਂ ਕਿ ਰਾਤੀ ਤੁਸੀਂ 2 ਵਜੇ ਦੇ ਘਰ ਦੇ ਵੱਲੋਂ ਮਾਤਾ ਤੁਸੀਂ ਉੱਠ ਕੇ ਜਾਣਾ, ਮੰਮੀ ਵੱਲੋਂ ਤੁਹਾਨੂੰ ਕਿਹਾ ਨਹੀਂ ਜਾਂਦਾ ਰਾਤੀ 2 ਵਜੇ ਤੁਸੀਂ ਡਿਊਟੀਆਂ 'ਤੇ ਜਾਂਦੇ ਹੋ, ਇੱਦਾਂ ਦਾ ਕੁਛ ਤੁਹਾਨੂੰ ਡਾਂਟਿਆ ਹੋਵੇ ਕਦੀ? ਇਸ ਤਰ੍ਹਾਂ ਹੈਗਾ ਕਿ ਅਲਟੀਮੇਟਲੀ ਜਿਹੜੀ ਦੱਸਿਆ ਵੀ ਜਿਹੜੀ ਪ੍ਰੋਫਾਈਲ ਹੈਗੀ ਹੈ ਸਾਡੀ, ਉਹ ਅਸੀਂ ਕਿਉਂਕਿ ਪੁਲਿਸ ਡਿਪਾਰਟਮੈਂਟ ਨਾਲ ਹੀ ਸੰਬੰਧਿਤ ਹੈਗੀ, ਇਸ ਕਰਕੇ ਘਰ ਦੇ ਵਿੱਚ ਜਿਹੜਾ ਐਟਮੋਸਫੇਅਰ ਹੈਗਾ ਉਹ ਸਾਰਾ ਹੀ ਇਸੇ ਤਰ੍ਹਾਂ ਹੀ ਹੈਗਾ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਪੁਲਿਸ ਵਰਕਿੰਗ ਹੈਗੀ ਆ, ਉਹ ਹਰ ਇੱਕ ਸਾਡੇ ਬੱਚੇ, ਸਾਡੀ ਵਾਈਫਸ ਉਹ ਭਲੀ ਭਾਂਤੀ ਜਾਣਦੇ ਹੈਗੇ ਆ। ਔਰ ਮੋਰ ਓਵਰ ਦੇਖੋ, ਅਲਟੀਮੇਟਲੀ ਤੁਸੀਂ ਤਨਖਾਹ ਲੈਂਦੇ ਆ, ਔਰ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ। ਇੱਥੇ ਕਿਸੇ ਟਾਈਮ ਵੀ ਰਾਤ ਨੂੰ ਇੱਥੇ ਕੋਈ ਦਿਨ ਰਾਤ ਦਾ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਕਦੋਂ ਕੋਈ ਘਟਨਾ ਵਾਪਰ ਜਾਵੇ। ਕਈ ਵਾਰੀ ਕੋਈ ਨਾ ਜਾਣੀਏ ਕੋਈ ਐਕਸੀਡੈਂਟ ਹੋ ਜਾਂਦਾ ਹੈਗਾ, ਤਾਂ ਉੱਥੇ ਤੁਹਾਡਾ ਮੌਕੇ 'ਤੇ ਪਹੁੰਚਣਾ ਬੜਾ ਜ਼ਰੂਰੀ ਹੁੰਦਾ। ਤੁਸੀਂ ਜਾ ਕੇ ਉੱਥੇ ਇਮੀਡੀਏਟਲੀ ਕੋਈ ਉਹਨਾਂ ਨੂੰ ਮੈਡੀਕਲ ਏਡ ਦਿਵਾਉਣੀ ਹੁੰਦੀ ਆ, ਜਿਹੜਾ ਕੋਈ ਮੈਨੇਜ ਕਰਨਾ ਹੁੰਦਾ। ਖੁਦਾ ਨਾ ਖਾਸਤਾ ਕਿ ਕਈ ਵਾਰੀ ਲੋਕ ਉੱਥੇ ਭੜਕ ਜਾਂਦੇ, ਉਹਨਾਂ ਨੂੰ ਤੁਸੀਂ ਸ਼ਾਂਤ ਕਰਨਾ ਹੁੰਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਤੁਹਾਨੂੰ ਦਿਨ ਰਾਤ ਜਾਣਾ ਪੈਂਦਾ। ਇਹਦੇ ਲਈ ਜਿਹੜਾ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਗੱਲ ਨੂੰ ਅਸੀਂ ਬੜਾ ਇਹਦਾ ਲੈਂਦੇ ਕਿ ਲੋਕੀ ਸਾਨੂੰ, ਅਸੀਂ ਪ੍ਰਮਾਤਮਾ ਨੇ ਸਾਨੂੰ ਉਹ ਜਗ੍ਹਾ 'ਤੇ ਪਹੁੰਚਾਇਆ ਹੈਗਾ ਕਿ ਅਸੀਂ ਲੋਕਾਂ ਦੀ ਕੋਈ ਸੇਵਾ ਕਰ ਸਕੀਏ। ਮੈਂ ਇਸ ਕਰਕੇ ਉਸ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਸਾਨੂੰ ਇਸ ਪਦਵੀ 'ਤੇ ਪਹੁੰਚਾਇਆ। ਜਗਮੋਹਨ ਜੀ, ਡਿਊਟੀ ਦੇ ਦੌਰਾਨ ਕੋਈ ਇੱਦਾਂ ਦਾ ਸਫ਼ਰ ਯਾਦ ਕੀਤਾ ਹੋਵੇ ਕੋਈ ਜਲੰਧਰ ਦੇ ਵਿੱਚ? ਨਹੀਂ, ਇਸ ਤਰ੍ਹਾਂ ਬੜਾ ਹੈਗੇ ਆ ਇੱਥੇ ਬੜੀਆਂ। ਹੁਣ ਪਿੱਛੇ ਇੱਥੇ ਸਟੂਡੈਂਟ ਸੀਗੇ, ਉਹ ਜਿਹੜੇ ਇੱਥੇ ਕੈਂਡੀਡੇਟ ਸੀਗੇ, ਉਹ ਵਿਚਾਰੇ ਨਹੀਂ ਸੀ ਆਏ। ਉਹਨਾਂ ਨੇ, ਤੁਸੀਂ ਵੀ ਉੱਥੇ ਸੀਗੇ, ਉਹ ਰੋਜ਼ ਜਾਮ ਲਾਉਂਦੇ ਸੀ, ਉਹਨਾਂ ਨੂੰ ਬੜਾ ਸਮਝਾ ਬੁਝਾ ਕੇ। ਇਸ ਤਰ੍ਹਾਂ ਦੇ ਕਈ ਇੰਸੀਡੈਂਟ ਹੋਏ ਆ, ਤੁਸੀਂ ਆਪ ਸਾਰਿਆਂ ਉਹਨਾਂ ਇੰਸੀਡੈਂਟ ਦੇ ਵਿੱਚ ਇਨਵੋਲਵ ਰਹੇ ਹੋ। ਲੇਕਿਨ ਤਾਂ ਵੀ ਤੁਸੀਂ ਉਸ ਮੂਮੈਂਟ 'ਤੇ ਕਿਸ ਤਰੀਕੇ ਨਾਲ ਤੁਸੀਂ ਹੈਂਡਲ ਕੀਤਾ ਸੀਗਾ? ਦੇਖੋ, ਬੱਚੇ ਹੁੰਦੇ ਆ, ਉਹਨਾਂ ਨੂੰ ਕਈ ਗੱਲਾਂ ਦਾ ਨਹੀਂ ਪਤਾ। ਉੱਥੇ ਕੱਟ ਆਫ ਜਿਹੜੀ ਹੈਗੀ ਆ ਮੈਰਿਟ ਦੀ ਸੀਗੀ, ਉਹ 80% ਸੀ ਜਾਂ ਜਿੱਦਾਂ ਵੀ ਆ, ਅਤੇ ਸਾਰੇ ਕੈਂਡੀਡੇਟ ਚਾਹੁੰਦੇ ਸੀ ਸਾਡਾ ਫਿਜ਼ੀਕਲ ਜਿਹੜਾ ਟੈਸਟ ਲਿਆ ਜਾਵੇ। ਬਟ ਉਹਦੇ 'ਚ ਇੱਕ ਸੀਟ ਮਗਰ ਜਿਹੜੇ 5 ਬੰਦੇ ਜਿਹੜੇ ਸੀਗੇ ਬੁਲਾਏ ਜਾ ਸਕਦੇ, 25,000 ਦੇ ਕਰੀਬ ਜਿਹੜੇ ਕੈਂਡੀਡੇਟ ਬੁਲਾਏ ਸੀਗੇ। 2-3 ਲੱਖ ਬੰਦੇ ਦਾ ਟੈਸਟ ਨਹੀਂ ਸੀ ਲਿਆ, ਜਿਹੜੇ ਐਲੀਜੀਬਲ ਨਹੀਂ ਸੀ ਉਹਨਾਂ ਦਾ ਟੈਸਟ ਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀ ਕਈ ਵਾਰੀ ਕਿਸੇ ਨੂੰ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਸਮਝਾਉਣਾ ਬੜਾ ਔਖਾ ਹੁੰਦਾ। ਉਹਨੂੰ ਬੜਾ ਤਰੀਕੇ ਦੇ ਨਾਲ ਜਿਹੜਾ ਅਸੀਂ ਫਿਰ ਹੈਂਡਲ ਕੀਤਾ। ਤੁਸੀਂ ਆਪਣਾ ਬਹੁਤ ਕੀਮਤੀ ਟਾਈਮ ਦੇਣ ਵਾਸਤੇ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਤੁਹਾਡੀ ਸਮੁੱਚੀ ਟੀਮ ਨੂੰ ਬਹੁਤ ਵਧਾਈ। ਤੁਸੀਂ ਇਹ ਜਿਹੜਾ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਅਤੇ ਲੋਕਾਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਤਾਲਮੇਲ ਬਿਠਾਉਂਦੇ ਆ। ਮੈਂ ਇੱਕ ਵਾਰੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਪੁਲਿਸ ਦੇ ਬਾਰੇ ਇਮੇਜ ਕਈ ਵਾਰੀ ਬੜਾ ਗਲਤ ਬਣਿਆ ਹੁੰਦਾ। ਕਾਈਂਡਲੀ ਜਿਹੜਾ ਲੋਕਾਂ ਨੂੰ ਜਿਹੜਾ ਹੈਗਾ, ਕਿਉਂਕਿ ਪੁਲਿਸ ਦੀ ਵਰਕਿੰਗ ਤੁਸੀਂ ਸਾਡੇ ਨਾਲ ਹੀ ਰਹਿੰਦੇ ਆ, ਤੁਸੀਂ ਦੇਖੀ ਆ ਸਾਡੀ ਵਰਕਿੰਗ, ਅਤੇ ਕਾਈਂਡਲੀ ਜਿਹੜਾ ਤੁਸੀਂ ਸਾਰੇ ਆਪਣੇ TV ਦੇ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਿਹੜਾ ਪੁਲਿਸ ਦੇ ਵਰਕਿੰਗ ਬਾਰੇ ਜ਼ਰੂਰ ਜਿਹੜਾ ਅਵੇਅਰ ਕਰਾਓ। ਥੈਂਕ ਯੂ ਵੈਰੀ ਮਚ। ਹੁਣ ਲੈਂਦੇ ਇਜਾਜ਼ਤ, ਅੰਚਲ ਕੈਮਰਾਮੈਨ ਨਾਲ ਮੈਂ ਦਿੱਤਿਆ।